ਪ੍ਰਾਈਮ ਏਸ਼ੀਆ टीवी देख रहे ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਵਿੱਚ 24 ਘੰਟਿਆਂ ਜੋ ਕੁਝ ਵੀ ਵਾਪਰਿਆ ਹੁੰਦਾ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਸਾਹਮਣੇ ਰੱਖੀਏ। ਪੰਨੂ ਸਾਹਿਬ ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕਰਦੇ ਆ। ਜਿਹੜੀ ਅੱਜ ਖਬਰ ਤੇ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਉਹਦੇ ਵਿੱਚ ਤਾਂ ਸਾਧੂ ਸਿੰਘ ਧਰਮਸੋਤ ਹੋਰਾਂ ਦੀ ਗੱਲ ਕਰਾਂਗੇ ਕਿਉਂਕਿ ਇੱਕ SIT ਬਣਾ ਦਿੱਤੀ ਗਈ ਹੈ ਤੇ ਰਕਮ ਕਹਿੰਦੇ ਚੰਗੀ ਢਕਾਰ ਗਈ। ਹਾਲਾਂਕਿ ਜਾਂਚ ਹੋਣੀ ਆ ਬਾਅਦ 'ਚ ਪਤਾ ਲੱਗਣਾ ਕੀ ਹੋਇਆ ਕੀ ਨਹੀਂ। ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਗੱਲ ਵੀ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਕਿਹਦੇ ਕੋਲੋਂ ਖਤਰਾ ਹੈ, ਕਿਹਨੇ ਕਿਹਾ, ਇਹ ਵੀ ਗੱਲਬਾਤ ਕਰਾਂਗੇ। ਤੇ ਸਤਿੰਦਰ ਸਿੰਘ ਜੈਨ ਦਿੱਲੀ ਦੇ ਸਿਹਤ ਮੰਤਰੀ ਉਹਨਾਂ ਦੀ ਗੱਲ ਵੀ ਕਰਾਂਗੇ। ਕਰੀਬੀਆਂ ਦੇ ਕੋਲੋਂ ਪੈਸੇ ਕੁਝ ਬਰਾਮਦ ਹੋਏ ਹੈ। ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਕਰ ਰਹੇ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਖਬਰਾਂ ਤਾਂ ਬਹੁਤ ਸਾਰੀਆਂ ਜਿਨ੍ਹਾਂ 'ਤੇ ਚਰਚਾ ਕਰਾਂਗੇ। ਮੈਂ ਕਹਿੰਦਾ ਆਪਾਂ ਪੰਜਾਬ ਕੈਬਨਿਟ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਕੱਲ੍ਹ ਮੀਟਿੰਗ ਹੋਈ ਹੈ ਤੇ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ। ਇੱਕ ਵਿਧਾਇਕ ਇੱਕ ਪੈਨਸ਼ਨ ਰੌਲਾ ਲੰਬੇ ਸਮੇਂ ਤੋਂ ਚੱਲਦਾ ਸੀ, ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਮੂੰਗੀ ਦੇ ਉੱਪਰ ਵੀ MSP ਨਿਰਧਾਰਿਤ ਕਰ ਦਿੱਤੀ ਗਈ ਹੈ। ਹੋਰ ਕਿਹੜੇ ਫੈਸਲੇ ਲਏ ਗਏ? ਨਵਜੀਤ ਜੀ, ਜਿਹੜਾ ਇੱਕ MLA ਇੱਕ ਪੈਨਸ਼ਨ ਵਾਲਾ ਮਾਮਲਾ ਸੀ, ਇਹ ਦੋਹਰੀ ਵਾਰ ਕੈਬਨਿਟ ਨੇ ਮਨਜ਼ੂਰੀ ਦਿੱਤੀ। ਇੱਕ ਵਾਰੀ ਅੱਗੇ ਮਨਜ਼ੂਰੀ ਦੇ ਕੇ ਗਵਰਨਰ ਸਾਹਿਬ ਨੂੰ ਭੇਜਿਆ ਸੀ। ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਉਂ ਪਸੰਦ ਨਹੀਂ ਆਇਆ ਜੀ, ਉਹਨਾਂ ਨੇ ਫਾਈਲ ਮੋੜ ਦਿੱਤੀ, ਦਸਤਖਤ ਨਹੀਂ ਸਨ ਕੀਤੇ। ਹੁਣ ਇਹ ਮਾਮਲਾ ਜਾਵੇਗਾ ਵਿਧਾਨ ਸਭਾ 'ਚ। ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਾਹਵਾ ਤਕੜੀ ਬਹੁ ਗਿਣਤੀ ਹੈ। ਇਹਨਾਂ ਦੇ 92 ਜਿੱਤੇ ਆ ਜੀ, ਉਹਨਾਂ 'ਚੋਂ ਇੱਕ ਜਣਾ ਜੇਲ੍ਹ ਵਿੱਚ ਆ, ਉਹਨੂੰ ਪਾਸੇ ਕੱਢ ਦਿਓ, ਬਾਕੀ 91 ਆ। 91 ਚੋਂ ਸਪੀਕਰ ਸਾਹਿਬ ਨੇ ਵੋਟ ਪਾਉਣੀ ਨਹੀਂ, ਫਿਰ ਵੀ 90 ਆ ਤੇ ਬਾਕੀ ਸਾਰੀਆਂ ਪਾਰਟੀਆਂ ਦੇ ਰਲਾ ਕੇ 25 ਆ। ਉਹ 25 ਜੇ ਵਿਰੋਧ ਵੀ ਕਰਨਗੇ ਤੇ ਫਰਕ ਨਹੀਂ ਪੈਣਾ। ਵਿਧਾਨ ਸਭਾ 'ਚ ਇਹ ਤਜਵੀਜ਼ ਪਾਸ ਹੋ ਜਾਣੀ ਹੈ। ਜਿਹੜਾ ਅੱਗੇ ਇਹ ਹੁੰਦਾ ਸੀ ਕਿ ਹਰ ਟਰਮ ਦੇ ਨਾਲ ਪੈਨਸ਼ਨ ਵੱਧਦੀ ਜਾਵੇਗੀ, ਉਹਦੇ ਉੱਤੇ ਰੋਕ ਲਵਾਉਣ ਵਾਸਤੇ ਜੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਰੀ ਹੈ ਤੇ ਉਹਨਾਂ ਨੇ ਕਰ ਲੈਣਾ, ਇਹਦੇ ਵਿੱਚ ਕੋਈ ਗੱਲ ਨਹੀਂ ਜੀ। ਦੂਸਰਾ ਮਾਮਲਾ ਮੂੰਗੀ ਦੀ ਜਿਹੜੀ ਘੱਟੋ ਘੱਟ ਖਰੀਦ ਕੀਮਤ ਹੈ MSP ਦਾ, ਉਹ ਇਹਨਾਂ ਨੇ ਵਾਅਦਾ ਕੀਤਾ ਸੀ ਤੇ ਉਹ ਕੱਲ੍ਹ ਸਰਕਾਰ ਦੀ ਮੀਟਿੰਗ 'ਚ, ਕੈਬਨਿਟ ਮੀਟਿੰਗ 'ਚ ਪਾਸ ਕਰ ਦਿੱਤਾ ਗਿਆ ਤੇ ਉਹਦੇ ਵਾਸਤੇ ਮਾਰਕਫੈਡ ਨੂੰ ਨੋਡਲ ਏਜੰਸੀ ਬਣਾਇਆ ਪੰਜਾਬ ਵਾਸਤੇ ਤੇ ਉਹਦੇ 'ਚ ਜਿਹੜਾ ਗੈਪ ਫੰਡ ਹੈ ਉਹ ਜਾਰੀ ਕਰਨ ਦਾ ਉੱਥੇ ਕੱਲ੍ਹ ਫੈਸਲਾ ਜਿਹੜਾ ਉੱਤੇ ਮੋਹਰ ਲੱਗ ਗਈ ਹੈ ਜੀ। ਤੀਸਰਾ ਇਹ ਹੈ ਕਿ ਪੇਂਡੂ ਵਿਕਾਸ ਫੰਡ ਅੱਗੇ ਤੋਂ ਪੇਂਡੂ ਵਿਕਾਸ ਦੇ ਮਾਮਲਿਆਂ 'ਚ ਜਿਹੜੀਆਂ ਪੁਰਾਣੀਆਂ ਸੜਕਾਂ ਪਿੰਡਾਂ ਤੋਂ ਮਾਰਕੀਟ ਕਮੇਟੀਆਂ ਵੱਲ ਨੂੰ ਆਉਂਦੀਆਂ ਤੇ ਮੁੜਦੀਆਂ, ਉਹਨਾਂ ਦੀ ਮੁਰੰਮਤ ਜਾਂ ਕੁਝ ਹੋਰ ਬਣਾਉਣ ਜਾਂ ਕੋਈ ਪੁਲ ਬਣਾਉਣ ਜਿਹੜੇ ਉਹਨਾਂ ਦੇ ਰਾਹ ਦੇ ਆ, ਉਹਦੇ ਵਾਸਤੇ ਖਰਚਿਆ ਜਾ ਸਕੂਗਾ ਤਾਂ ਕਿ ਕਿਸਾਨ ਆਪਣੀ ਜਿਹੜੀ ਫਸਲ ਹੈ ਉਹ ਵੇਲੇ ਸਿਰ ਤੇ ਸੌਖੀ ਤਰ੍ਹਾਂ ਮੰਡੀ ਲਿਜਾ ਸਕੇ। ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਇਹ ਤਜਵੀਜ਼ ਲੁਧਿਆਣੇ ਤੋਂ ਉਸ ਵਕਤ ਮਾਰਕੀਟ ਕਮੇਟੀ ਦੇ ਸ਼ਾਇਦ ਚੇਅਰਮੈਨ ਸਨ ਬਜ਼ੁਰਗ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਬਾੜੇਵਾਲ, ਪਹਿਲੀ ਵਾਰੀ ਉਹਨਾਂ ਨੇ ਤਜਵੀਜ਼ ਪੇਸ਼ ਕੀਤੀ ਸੀ ਕਿ ਮੰਡੀਆਂ ਦੀ ਜਿਹੜੀ ਫੀਸ ਆਉਂਦੀ ਹੈ ਇਹਨੂੰ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਖਰਚ ਕਰੋ ਤੇ ਕੀਤੀ ਸੀ। ਅਫਸਰਾਂ ਦੀ ਮੀਟਿੰਗ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਸੱਦੀ ਉਸ ਮੀਟਿੰਗ 'ਚ ਜੀ ਤੇ ਉਹਨੇ ਆਖਿਆ ਇਹ ਮੰਡੀ ਦਾ ਕੰਮ ਥੋੜ੍ਹਾ, ਇਹ ਤਾਂ ਡਿਸਟ੍ਰਿਕਟ ਬੋਰਡ ਉਦੋਂ ਹੁੰਦੇ ਸੀ, ਡਿਸਟ੍ਰਿਕਟ ਬੋਰਡ ਬਣਾਵੇਗਾ ਜਾਂ ਸਰਕਾਰ ਬਣਾਵੇਗੀ। ਉਹ ਕਹਿੰਦਾ ਨਹੀਂ ਜੀ, ਇਹ ਮੰਡੀ ਦਾ ਕੰਮ ਇਸ ਕਰਕੇ ਆ ਕਿ ਜੇ ਸੜਕਾਂ ਬਣ ਗਈਆਂ ਤੇ ਕਿਸਾਨ ਸਿੱਧੇ ਤੌਰ ਤੇ ਮੰਡੀ ਆਉਣਗੇ, ਫਾਇਦਾ ਕਿਸਾਨ ਦਾ ਵੀ ਹੈ ਤੇ ਮੰਡੀ ਦਾ ਵੀ ਹੈ ਤੇ ਮੰਡੀ ਵਾਲਿਆਂ ਦਾ ਵੀ ਹੈ। ਇਹ ਤਜਵੀਜ਼ ਉਦੋਂ ਪਾਸ ਹੋਈ ਸੀ। ਹੁਣ ਇਹਦੇ ਉੱਤੇ ਜੇ ਪੇਂਡੂ ਵਿਕਾਸ ਫੰਡ ਉਹਨਾਂ ਆਖਿਆ ਖਰਚਣਾ ਤੇ ਚੰਗੀ ਗੱਲ ਹੈ। ਇੱਕ ਉਹਨੇ ਗਰੀਬ ਜਿਹੜੇ ਰੇਹੜੀ ਫੜੀ ਵਾਲੇ ਆ ਉਹਨਾਂ ਬਾਰੇ ਵੀ ਫੈਸਲਾ ਕੀਤਾ ਕਿ ਇਹ ਕੋਵਿਡ ਦੇ ਦਿਨਾਂ 'ਚ ਬਹੁਤ ਇਹਨਾਂ ਨੂੰ ਮਾਰ ਪਈ ਹੈ ਜੀ। ਹੁਣ 50,000 ਰੁਪਏ ਤੱਕ ਵੀ ਜੇ ਇਹਨਾਂ ਨੇ ਕਰਜ਼ਾ ਲੈਣਾ ਹੋਵੇ ਤੇ ਸਟਾਂਪ ਫੀਸ ਦੇਣੀ ਪੈਂਦੀ ਹੈ। ਸਰਕਾਰ ਨੇ ਕੱਲ੍ਹ ਫੈਸਲਾ ਕਰਤਾ ਕਿ ਉਹ ਸਟਾਂਪ ਫੀਸ ਇਹਨਾਂ ਦੀ ਮਾफ़ ਕਰ ਦਿਓ ਜੀ। ਚਲੋ ਇਹਨਾਂ ਗਰੀਬਾਂ ਦਾ ਵੀ ਕੁਝ ਭਲਾ ਹੋਵੇ, ਵਧੀਆ ਕੀਤਾ ਗਿਆ। ਕੁਝ ਫੈਸਲੇ ਹੋਰ ਵੀ ਨੇ ਜਿਹੜੇ ਸਾਰੇ ਖਾਸ ਕਰਕੇ ਕਿਉਂਕਿ ਇਹ ਸੈਸ਼ਨ ਬਜਟ ਸੈਸ਼ਨ ਹੈ, ਇਹ ਸਰਕਾਰ ਦਾ ਪਹਿਲਾ ਬਜਟ ਜਿਹੜਾ ਉਹ ਇਹਨਾਂ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕਰਨਾ ਤੇ ਪਾਸ ਕਰਾਉਣਾ। ਇਹਦੇ ਬਾਰੇ ਲੋਕਾਂ ਤੋਂ ਤਜਵੀਜ਼ਾਂ ਲਈਆਂ ਸੀ, ਲੋਕਾਂ ਨੇ ਰਾਏ ਭੇਜੀ ਸੀ। ਉਹ ਕਹਿੰਦੇ ਕਿ ਲੋਕਾਂ ਦਾ ਬਜਟ ਆ, ਪੇਸ਼ ਹੋਊ ਤੇ ਪਤਾ ਲੱਗੂ ਕਿੱਦਾਂ ਦਾ, ਉਡੀਕ ਸਾਰਿਆਂ ਨੂੰ ਰਹੂਗੀ ਜੀ। ਪੰਨੂ ਸਾਹਿਬ, ਸਾਧੂ ਸਿੰਘ ਧਰਮਸੋਤ ਦੀ ਆਪਾਂ ਗੱਲ ਕੀਤੀ ਸ਼ੁਰੂ ਵਿੱਚ ਹੀ, ਗ੍ਰਿਫਤਾਰੀ ਹੋਈ ਹੈ ਕੱਲ੍ਹ, ਅੱਜ SIT ਬਣਾ ਦਿੱਤੀ ਗਈ ਹੈ। ਸ਼ਾਮੀ ਜਿਹੇ ਬਿਆਨ ਆਉਂਦਾ ਹੈ, ਕਹਿੰਦੇ ਮੈਨੂੰ ਫਸਾਇਆ ਗਿਆ। ਪਰਿਵਾਰ ਕਹਿੰਦਾ ਕਿ ਸਾਡੇ ਇਲਾਕੇ ਦੇ ਵਿੱਚ ਤਾਂ ਅਸੀਂ ਕੰਮ ਬਹੁਤ ਇਮਾਨਦਾਰੀ ਨਾਲ ਕੀਤਾ, ਤੁਸੀਂ ਲੋਕਾਂ ਨੂੰ ਪੁੱਛ ਲਓ।
ਇਹ ਪੂਰੀ ਕਹਾਣੀ ਕੀ ਹੈ? ਉਧਰਲੇ ਪਾਸੇ ਗਿਲਜੀਆਂ ਸਾਹਿਬ ਅਜੇ ਪਤਾ ਨਹੀਂ ਲੱਗਦਾ ਕਿੱਧਰ ਪਹੁੰਚੇ ਪਏ ਨੇ, ਤੇ ਜਿਸ ਹਿਸਾਬ ਨਾਲ ਘਪਲਾ ਸਾਹਮਣੇ ਆਇਆ 500 ਰੁਪਇਆ, ਕੋਈ ਕਹਿੰਦਾ 1000 ਰੁਪਇਆ ਇੱਕ ਕਮਿਸ਼ਨ ਲਿਆ ਜਾਂਦਾ ਸੀਗਾ। ਤੁਸੀਂ ਕਿਵੇਂ ਦੇਖਦੇ ਸਾਰੀਆਂ ਚੀਜ਼ਾਂ ਨੂੰ? ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਕਰਕੇ ਇੱਥੇ ਕਿੰਗਫਿਸ਼ਰ 에ਅਰਲਾਈਨ ਚਲਾਉਣ ਵਾਲਾ ਤੇ ਬੀਅਰ ਵੇਚਣ ਵਾਲਾ ਤੇ ਪਾਰਲੀਮੈਂਟ ਦੀ ਮੈਂਬਰੀ ਠੱਗੀ ਨਾਲ ਜਿੱਤਣ ਵਾਲਾ ਵਿਜੇ ਮਾਲਿਆ ਇੰਗਲੈਂਡ 'ਚ ਬੈਠਾ ਕਹਿੰਦਾ ਮੈਨੂੰ ਫਸਾਇਆ ਗਿਆ ਜੀ। ਲਲਿਤ ਮੋਦੀ ਸਾਰੇ ਕੰਮ ਗਲਤ ਮੋਦੀ ਵਾਂਗ ਕਰਦਾ ਰਿਹਾ ਤੇ ਉੱਥੇ ਇੰਗਲੈਂਡ ਬੈਠਾ ਕਹਿੰਦਾ ਮੈਨੂੰ ਫਸਾਇਆ। ਨੀਰਵ ਮੋਦੀ ਕਹਿੰਦਾ ਮੈਨੂੰ ਫਸਾਇਆ। ਉਹ ਸਾਰੇ ਕਹਿੰਦੇ ਸਾਨੂੰ ਫਸਾਇਆ ਗਿਆ। ਆ ਜਿਹੜਾ ਨਿਰਮਲ ਸੋ ਭੰਗੂ ਉਹ ਕਹਿੰਦਾ ਮੈਨੂੰ ਫਸਾਇਆ। ਸਹਾਰਾ ਵਾਲਾ ਉਹ ਜਿਹੜਾ ਸਬਰਤੋ ਆ ਉਹ ਕਹਿੰਦਾ ਮੈਨੂੰ ਫਸਾਇਆ। ਇਹ ਸਾਰੇ ਕਹਿੰਦੇ ਫਸਾਇਆ। ਸਾਧੂ ਸਿੰਘ ਧਰਮਸੋਤ ਵੀ ਕਹਿੰਦਾ ਮੈਨੂੰ ਤਾਂ ਜੀ ਫਸਾਇਆ ਗਿਆ। ਵਾਹ ਵਾਹ, ਤੁਹਾਨੂੰ ਸਾਰੇ ਫਸਾਉਂਦੇ ਨੇ। ਜਿਹੜੀ ਡੈਰੀ ਫੜੀ ਗਈ ਤੁਹਾਡੇ ਉਸ ਠੇਕੇਦਾਰ ਹਰਮਿੰਦਰ ਤੋਂ। ਹਰਮਿੰਦਰ ਇੱਕ ਠੇਕੇਦਾਰ ਦਾ ਕਰਿੰਦਾ ਹੁੰਦਾ ਸੀ, ਫਿਰ ਤੁਸੀਂ ਚਾਬੀ ਲਾ ਕੇ ਉਹਨੂੰ ਠੇਕੇਦਾਰ ਬਣਾਇਆ। ਉਹਦੇ ਰਾਹੀਂ ਸਾਰੇ ਕੰਮ ਤੁਸੀਂ ਉੱਦਾਂ ਕਰਦੇ ਰਹੇ ਜਿੱਦਾਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਸਾਰੇ ਕੰਮ ਉਹਦੀ ਸਾਲੀ ਦਾ ਮੁੰਡਾ ਹਨੀ ਕਰਦਾ ਹੁੰਦਾ ਸੀ। ਉਹਦੇ ਕੋਲੋਂ ਡੈਰੀ ਫੜੀ ਗਈ। ਉਸ ਡੈਰੀ 'ਚ ਲਿਖਿਆ ਕਿ ਅਕਤੂਬਰ ਦੇ ਨੇੜੇ ਤੇੜੇ ਹਰ ਸਾਲ ਖੈਰ ਦੇ ਰੁੱਖਾਂ ਦੀ ਕਟਾਈ ਹੁੰਦੀ ਹੈ। ਉਹਨਾਂ ਦੇ ਅੱਗੋਂ ਕਮਿਸ਼ਨ ਜਾਂਦਾ, ਜ਼ਿਲ੍ਹੇ ਦੇ ਅਫਸਰ ਨੂੰ 100 ਰੁਪਈਆ, ਉੱਪਰਲੇ ਅਫਸਰ ਨੂੰ 200 ਰੁਪਈਆ, ਉਹ ਤੋਂ ਉੱਪਰ ਨੂੰ 300 ਰੁਪਈਆ, ਤੇ ਜਿਹੜਾ ਮੰਤਰੀ ਸਾਧੂ ਸਿੰਘ ਧਰਮਸੋਤ ਸੀ ਇਹਨੂੰ 500 ਰੁਪਈਆ ਇੱਕ ਰੁੱਖ ਦਾ ਕਮਿਸ਼ਨ ਜਾਂਦਾ ਸੀ। ਜੇ 100 ਰੁੱਖ ਹੋਣ ਤੇ 50,000, ਜੇ 1,000 ਰੁੱਖ ਹੋਵੇ ਤੇ 5 ਲੱਖ, ਤੇ ਜੇ 1 ਲੱਖ ਕੱਟੇ ਗਏ ਹੋਣ ਤੇ 5 ਕਰੋੜ ਰੁਪਈਆ ਤੇ ਆਰਾਮ ਨਾਲ ਸਾਧੂ ਸੁਭਾਅ ਬੰਦੇ ਦੀ ਜੇਬ 'ਚ ਪੈ ਗਿਆ ਨਾ। ਨਾਲ ਉਹ 'ਚ ਇਹ ਲਿਖਿਆ ਸੀ ਕਿ ਜੇ ਡਿਸਟ੍ਰਿਕਟ ਫਾਰੈਸਟ ਅਫਸਰ ਦੀ ਟ੍ਰਾਂਸਫਰ ਕਰਾਉਣੀ ਹੋਵੇ ਤੇ ਇੰਨੇ ਪੈਸੇ, ਡਿਵੀਜ਼ਨਲ ਫਾਰੈਸਟ ਅਫਸਰ ਦੀ ਕਰਾਉਣੀ ਹੋਵੇ ਤੇ ਇੰਨੇ ਪੈਸੇ, ਤੇ ਜੇ ਮਾੜਾ ਮੋਟਾ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਗਾਰਡ ਵਿਚਾਰਾ ਉਹਦੀ ਬਦਲੀ ਕਰਾਉਣੀ ਹੋਵੇ ਤੇ ਉਹਦੇ ਇੰਨੇ ਪੈਸੇ, ਜੇ ਕੋਈ ਨਵੀਂ ਅਪਾਇੰਟਮੈਂਟ ਕਰਾਉਣੀ ਹੋਵੇ ਤੇ ਇੰਨੇ ਪੈਸੇ, ਤੇ ਅੱਗੋਂ ਉਹਦੇ 'ਚੋਂ ਇੰਨੇ ਪੈਸੇ ਜਿਹੜੇ ਆ ਮੰਤਰੀ ਸਾਧੂ ਸਿੰਘ ਨੂੰ ਜਾਣਗੇ, ਇੰਨੇ ਪੈਸੇ ਉਹਦੇ ਹੇਠਲੇ ਨੂੰ ਜਾਣਗੇ, ਇੰਨੇ ਪੈਸੇ ਹਰਮਿੰਦਰ ਸਿੰਘ ਦੇ ਆਪਣੇ ਹੋਣਗੇ। ਉਹ ਸਾਰਾ ਕੁਝ ਉਸ ਡੈਰੀ 'ਚ ਲਿਖਿਆ। ਅਜੇ ਤੇ ਸਾਧੂ ਸਿੰਘ ਦੀ ਗੱਲ ਖੁੱਲ੍ਹਦੀ ਪਈ ਆ। ਇਹ ਤੋਂ ਬਾਅਦ ਤੁਸੀਂ ਵੇਖਿਓ ਰੌਲਾ ਉਦੋਂ ਵੀ ਪੈਣਾ ਜਦੋਂ ਇਹ ਗੱਲ ਖੁੱਲੂਗੀ ਕਿ ਸੰਗਤ ਸਿੰਘ ਦਾ ਕੀ ਬਣਿਆ। ਉਹ ਰੁੱਖਾਂ 'ਚੋਂ ਖਾ ਗਿਆ ਤੇ ਸੰਗਤ ਸਿੰਘ ਦਾ ਨਾਂ ਲੱਗਦਾ ਕਿ ਰੁੱਖਾਂ ਦੇ ਘੇਰੇ ਘੇਰੇ ਜਿਹੜੇ ਲਾਏ ਹੁੰਦੇ ਆ ਜੰਗਲੇ, ਜਿਨ੍ਹਾਂ ਨੂੰ ਟਰੀ ਗਾਰਡ ਕਹਿੰਦੇ ਆ, ਉਹ ਕਹਿੰਦੇ ਜੀ 2800 ਦਾ ਜੰਗਲਾ ਸੀ, 800 ਰੁਪਈਆ ਉਹ 'ਚੋਂ ਕਮਿਸ਼ਨ ਖਾਧੀ ਗਈ ਹੈ। ਉਹ ਵੀ ਸਾਰਾ ਕੁਝ ਉਸ ਡੈਰੀ 'ਚ ਦਰਜ ਆ। ਔਰ ਜਦੋਂ ਇਹਦਾ ਪੀਏ ਭੱਜਣ ਲੱਗਾ ਸੀ ਆਸਟ੍ਰੇਲੀਆ ਨੂੰ, ਹਰਮਿੰਦਰ ਸਿੰਘ ਕਿਉਂਕਿ ਪਹਿਲਾਂ ਫੜਿਆ ਗਿਆ ਸੀ, ਉਸੇ ਨੇ ਪੁਲਿਸ ਨੂੰ ਦੱਸਤਾ ਜੀ ਮੇਰੀ ਡੈਰੀ ਫਲਾਣੇ ਥਾਂ, ਔਰ ਉਸੇ ਨੇ ਇਹ ਦੱਸਤਾ ਕਿ ਜਿਹੜਾ ਪੀਏ ਸਾਧੂ ਸਿੰਘ ਧਰਮਸੋਤ ਦਾ ਫਲਾਣੀ ਤਰੀਕ ਨੂੰ ਆਸਟ੍ਰੇਲੀਆ ਭੱਜ ਰਿਹਾ ਜੀ, ਉਸ ਤੋਂ ਪਹਿਲਾਂ ਫੜ ਦਿਓ ਜੀ। ਉਹਨੂੰ ਫੜਿਆ ਗਿਆ। ਹੁਣ ਪੀਏ ਜਿਹੜੇ ਆ ਉਹ ਆਮ ਤੌਰ ਤੇ ਇਸ ਕੰਮ ਲਈ ਬਹੁਤਿਆਂ ਨੇ ਰੱਖੇ ਹੁੰਦੇ ਆ ਕਿ ਰਾਤ ਨੂੰ ਚੇਤਾ ਕਰਾ ਦੇਣ ਕਿ ਕਵੇਲਾ ਹੋ ਗਿਆ ਆ ਜਾ ਹੁਣ ਪੀਏ, ਪਰ ਉਹ ਵਿੱਚ ਨਾਲ ਦੂਜੇ ਪੁੱਠੇ ਸਿੱਧੇ ਕੰਮ ਵੀ ਕਰਦੇ ਆ। ਸਾਧੂ ਸਿੰਘ ਧਰਮਸੋਤ ਜਦੋਂ ਇਹਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਹੀਂ ਬਣਾਇਆ ਤੇ ਜਿਹੜੇ ਨਵੇਂ ਮੰਤਰੀ ਬਣਾਇਆ ਸੀ ਉਹਨਾਂ ਕੋਲ ਬੜਾ ਨੇੜ ਕਰਦਾ ਰਿਹਾ। ਕਹਿੰਦੇ ਸੀ ਉਹਨਾਂ ਨੂੰ ਫਾਰਮੂਲੇ ਦੱਸਣ ਜਾਂਦਾ ਕਿ ਇੱਥੋਂ ਤੁਸੀਂ ਵੀ ਖਾ ਲਓ ਤੇ ਮੇਰਾ ਜ਼ਿਕਰ ਨਾ ਕਰਿਓ। ਉਹ ਸਾਰੀਆਂ ਕਹਾਣੀਆਂ ਹੁਣ ਬਾਹਰ ਆਉਂਦੀਆਂ ਪਈਆਂ। ਜੇ ਕੱਲ੍ਹ ਨੂੰ ਠੇਕੇਦਾਰ ਹਰਮਿੰਦਰ ਸਿੰਘ ਅਪਰੂਵਰ ਬਣ ਗਿਆ, ਵਾਅਦਾ ਮਾਫ ਗਵਾਹ ਬਣ ਗਿਆ, ਇਹਨਾਂ ਸਾਰਿਆਂ ਨੂੰ ਲੈ ਡੁੱਬੂਗਾ। ਆਖੀ ਜਾਵੇ ਭਾਵੇਂ ਕਿ ਮੈਨੂੰ ਫਸਾਇਆ ਗਿਆ, ਸਾਰੇ ਚੋਰ ਇਹੋ ਹੀ ਕਹਿੰਦੇ ਹੁੰਦੇ ਆ ਮੈਨੂੰ ਫਸਾਇਆ ਗਿਆ। ਉੱਦਾਂ ਤਾਂ ਪੰਨੂ ਸਾਹਿਬ ਕੁਛ ਕੁ ਲੀਡਰਾਂ ਦੇ ਹਾਜ਼ਮੇ ਵੀ ਬੜੇ ਮਜ਼ਬੂਤ ਆ ਤੇ ਝੋਲੇ ਵੀ ਵੱਡੇ ਆ, ਨਾ ਹਾਜ਼ਮਾ ਖਰਾਬ ਹੁੰਦਾ ਤੇ ਨਾ ਝੋਲੇ ਭਰਦੇ ਆ, ਇੱਦਾਂ ਹੀ ਕੰਮ ਚੱਲਦਾ ਰਹਿੰਦਾ। ਤੇ ਦੂਸਰੇ ਪਾਸੇ ਜੇਕਰ ਪੰਨੂ ਸਾਹਿਬ ਅੱਜ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੀ ਗੱਲ ਵੀ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਅੱਜ ਉਹਨਾਂ ਦਾ ਭੋਗ ਸੀਗਾ। ਬਹੁਤ ਸਾਰੀਆਂ ਹਸਤੀਆਂ ਇਕੱਠੀਆਂ ਹੋਈਆਂ ਸੀ, ਬਹੁਤ ਸਾਰੇ ਲੋਕ ਉੱਥੇ ਪਹੁੰਚੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਹ ਨੌਜਵਾਨ ਬੜੀ ਛੋਟੀ ਉਮਰ 'ਚ ਲੋਕਾਂ ਤੋਂ ਖੋਹ ਲਿਆ ਗਿਆ ਜੀ। ਉਹਦੇ ਕੇਸ ਵਿੱਚ ਜਿਹੜੇ ਗੈਂਗਸਟਰ ਕੁਝ ਫੜੇ ਗਏ ਨੇ। ਰੈਕੀ ਕਰਨ ਵਾਲਾ ਮੁੰਡਾ ਸੰਦੀਪ ਕੇਕੜਾ ਵੀ ਫੜਿਆ ਗਿਆ। ਇੱਕ ਨੰਬਰ ਦਾ ਛਟਿਆ ਫੂਕਿਆ। ਉਹਦੇ ਮਾਂ-ਬਾਪ ਵੀ ਕਹਿੰਦੇ ਆ ਘਰ ਜਵਾਨ ਧੀ ਵਿਆਹੁਣ ਵਾਲੀ ਪਈ ਹੈ ਤੇ ਇਹਨੇ ਸਾਨੂੰ ਧੱਕੇ ਮਾਰ ਕੇ ਘਰੋਂ ਕੱਢਤਾ, ਘਰ 'ਤੇ ਵੀ ਕਬਜ਼ਾ ਕਰੀ ਬੈਠਾ ਸੀ। ਉਸ ਬੰਦੇ ਤੋਂ ਰੈਕੀ ਕਰਾਈ ਗਈ ਹੈ। ਅੱਗੋਂ ਉਹਦੇ ਨਾਲ ਦੇ ਇੱਕ ਇੱਕ ਕਰਕੇ ਫੜੇ ਗਏ। ਅੱਜ ਰਾਜਸਥਾਨ ਤੋਂ ਇੱਕ ਹੋਰ ਫੜਿਆ ਗਿਆ। ਲਿੰਕ ਉਹਨਾਂ ਦਾ ਜਾ ਕੇ ਨਿਕਲਿਆ ਮੁੰਬਈ ਦੇ ਵੱਡੇ ਗੈਂਗਸਟਰ ਅਰੁਣ ਗਾਵਲੀ ਦੇ ਨਾਲ। ਅਰੁਣ ਗਾਵਲੀ ਇੱਕ ਵਾਰੀ MLA ਵੀ ਬਣ ਗਿਆ ਸੀ। ਉਹ ਦਾਊਦ ਇਬਰਾਹਿਮ ਦਾ ਵਿਰੋਧੀ ਹੈ। ਦੋਵਾਂ ਦੀ ਆਪੋ 'ਚ ਗੋਲੀ ਚੱਲਦੀ ਰਹੀ ਹੈ। ਜ਼ੋਰਦਾਰ ਉਹ ਇੰਨਾ ਕਿ ਉਹਦੇ ਇਲਾਕੇ 'ਚ ਪੁਲਿਸ ਉਹਨਾਂ ਚਿਰ ਨਹੀਂ ਜਾਂਦੀ ਜਦ ਤੱਕ ਉਹ ਨਾ ਆਖੇ ਕਿ ਆ ਜਾਓ। ਅੱਜ ਕੱਲ੍ਹ ਉਹ ਪੁਣੇ ਦੀ ਜੇਲ੍ਹ 'ਚ ਹੈ।
ਉਹਨੂੰ ਕਹਿ ਕੇ ਤੇ ਉੱਥੋਂ ਸੰਤੋਸ਼ ਜਾਦਵ ਨਾਂ ਦਾ ਇੱਕ ਸ਼ੂਟਰ ਮੰਗਾਇਆ ਗਿਆ, ਜਿਹਦਾ ਕਹਿੰਦੇ ਨਿਸ਼ਾਨਾ ਬਹੁਤ ਤਗੜਾ ਸੀ। ਉਹ ਆਪਣੇ ਨਾਲ ਇੱਕ ਹੋਰ ਨੂੰ ਵੀ ਲੈ ਕੇ ਆਇਆ। ਹੁਣ ਉਹ ਫੜੇ ਜਾਣ ਤੋਂ ਬਾਅਦ ਅੱਗੇ ਤਾਂ ਪੰਜਾਬ ਦੀ ਤੇ ਦਿੱਲੀ ਦੀ ਪੁਲਿਸ ਮਿਲ ਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਮਗਰ ਲੱਗੀ ਸੀ। ਹੁਣ ਮੁੰਬਈ ਦੀ ਪੁਲਿਸ ਵੀ ਇਹਨਾਂ ਦੇ ਨਾਲ ਰਲ ਗਈ, 3 ਥਾਵਾਂ ਦੀ ਪੁਲਿਸ ਲੱਗੀ ਆ। ਉਹ ਕੰਮ ਆਪਣੀ ਥਾਂ ਤੇ ਕਰਨਗੇ। ਦੂਸਰਾ ਇਹ ਕਿ ਇਹ ਸਾਰੀ ਕਾਰਵਾਈ ਆਪਣੇ ਥਾਂ ਤੁਰੀ ਜਾਵੇ। ਜਦੋਂ ਉਹਦੀ ਮੌਤ ਦਾ ਜ਼ਿਕਰ ਆਵੇਗਾ, ਜਦੋਂ ਜਾਂਚ ਦਾ ਜ਼ਿਕਰ ਆਵੇਗਾ, ਜਦੋਂ ਮੁਕੱਦਮੇ ਦਾ ਜ਼ਿਕਰ ਆਵੇਗਾ, ਹਰ ਜ਼ਿਕਰ ਦੇ ਨਾਲ ਸਿੱਧੂ ਮੂਸੇਵਾਲੇ ਦੀ ਮਾਂ ਨੇ ਰੋਣਾ, ਉਹਦੇ ਬਾਪ ਨੇ ਰੋਣਾ। ਅੱਜ ਉੱਥੇ ਇਕੱਠ ਸੀ, ਲੱਖ ਤੋਂ ਵੱਧ ਦਾ ਕਹਿੰਦੇ ਇਕੱਠ ਹੋ ਗਿਆ, ਪਤਾ ਨਹੀਂ ਕਿੰਨਾ ਇਕੱਠ ਹੋ ਗਿਆ। ਹਾਜ਼ਰੀ ਇੰਨੀ ਸੀ ਕਿ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। 4 ਚੁਫੇਰੇ ਸੜਕਾਂ ਵੀ ਜਾਮ ਹੋ ਗਈਆਂ। ਜਿੱਦਾਂ ਹੁੰਦਾ ਆਮ ਤੌਰ ਤੇ ਇਹੋ ਜਿਹੇ ਮੌਕੇ ਤੇ ਸਟੇਜ ਲੱਗ ਜਾਂਦੀ ਤੇ ਸਿਆਸੀ ਲੀਡਰ ਆ ਕੇ ਆਪੋ ਆਪਣਾ ਘਰਾਟ ਰਾਗ ਸ਼ੁਰੂ ਕਰ ਦਿੰਦੇ ਆ। ਅੱਜ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਉਹ ਲੱਖਾਂ ਦੇ ਇਕੱਠ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸੋਰੀ ਬੋਲੇ ਆ ਤੇ ਉਹਨਾਂ ਦੀ ਮਾਤਾ ਬੋਲੀ ਆ ਸਿੱਧੂ ਮੂਸੇਵਾਲਾ ਦੀ। ਦੋਵਾਂ ਨੇ ਇੰਨੀਆਂ ਮਿਣਵੀਆਂ, ਤੋਲਵੀਆਂ, ਗਿਣਵੀਆਂ ਗੱਲਾਂ ਕੀਤੀਆਂ ਨੇ। ਮੈਂ ਕਦੇ ਮਿਲਿਆ ਨਹੀਂ, ਪਰ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਦੱਸਿਆ ਸੀ ਕਿ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਹੁਤ ਸਾਊ ਆਦਮੀ ਆ ਤੇ ਸਾਊ ਦੇ ਨਾਲ ਨਾਲ ਸਿਆਣੇ ਵੀ ਆ। ਉਹਨਾਂ ਨੂੰ ਗੱਲ ਕਰਨੀ ਆਉਂਦੀ ਆ। ਅੱਜ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਗਿਣ ਮਿਥ ਕੇ ਕਿ ਬੇਲੋੜੀਆਂ ਗੱਲਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਨਾ ਪਾਓ ਜੀ। ਮੇਰੇ ਪੁੱਤਰ ਨੂੰ ਜਿਸ ਤਰ੍ਹਾਂ ਪਾਲਿਆ ਸੀ, ਜਿਵੇਂ ਗਰੀਬੀ ਦੇ ਵਿੱਚੋਂ, ਬੜੀ ਔਖ ਵਿੱਚ, ਉਹ ਮੈਨੂੰ ਪਤਾ। ਪੁੱਤਰ ਇੰਨਾ ਜਿਹੜਾ ਨੇਕ ਸੀ ਕਿ ਜਿੰਨੀ ਵੀ ਕਮਾਈ ਆਉਂਦੀ ਉਹਨੇ ਕਿਤੇ 5 ਰੁਪਏ ਵੀ ਜੇਬ 'ਚ ਨਹੀਂ ਰੱਖੇ, ਸਾਰੇ ਲਿਆ ਕੇ ਮੈਨੂੰ ਦੇ ਦਿੰਦਾ ਸੀ। ਲੋੜ ਪਵੇ ਗੱਡੀ 'ਚ ਤੇਲ ਪਵਾਉਣ ਵਾਸਤੇ ਵੀ ਤੇ ਮੇਰੇ ਤੋਂ ਮੰਗਦਾ ਸੀ। ਉਹਨੇ ਫਿਰ ਇਹ ਆਖਿਆ ਕਿ ਜੋ ਕੁਝ ਹੋ ਗਿਆ ਸੋ ਹੋ ਗਿਆ। ਹੁਣ ਇਹ ਜਾਂਚ ਪੜਤਾਲ ਸਰਕਾਰ ਦਾ ਕੰਮ ਹੈ, ਸਰਕਾਰ ਦੀਆਂ ਏਜੰਸੀਆਂ ਦਾ। ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਇਸ ਪਾਸੇ ਕੰਮ ਕਰੋ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ, ਨਸ਼ੇ ਫੈਲ ਰਹੇ ਆ। ਤੁਸੀਂ ਇਹਨਾਂ ਤੋਂ ਬਾਕੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯਤਨ ਕਰੋ। ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਇਹੋ ਜਿਹੇ ਮੌਕੇ ਤੇ ਆਪਣਾ ਦਰਦ ਲੁਕਾ ਕੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਵਾਤਾਵਰਨ ਖਰਾਬ ਹੋ ਰਿਹਾ ਜੀ, ਉਹ ਵਾਤਾਵਰਨ ਬਚਾਉਣ ਵਾਸਤੇ ਤੁਸੀਂ, ਕਿਉਂਕਿ ਇਸ ਪ੍ਰਦੂਸ਼ਣ ਦੇ ਨਾਲ ਬਹੁਤ ਸਾਰੇ ਨੌਜਵਾਨ ਜਵਾਨੀ ਵੇਲੇ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ। ਤੁਹਾਨੂੰ ਬੇਨਤੀ ਹੈ ਕਿ ਜੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤੇ ਸਾਰੇ ਰੁੱਖ ਲਾਓ। ਇੱਕ ਗੱਲ ਉਹਨਾਂ ਦੋਵਾਂ ਨੇ ਹੋਰ ਆਖੀ ਕਿ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਕੋਈ ਪੈਸੇ ਨਾ ਚੜਾਓ। ਅਸੀਂ ਇਹ ਜਿਹੜਾ ਹੈਗਾ ਰੀਤ ਨਹੀਂ ਸ਼ੁਰੂ ਕਰਨੀ ਚਾਹੁੰਦੇ, ਬਿਲਕੁਲ ਨਹੀਂ, ਨਾ ਉਹਨੂੰ ਪੈਸਿਆਂ ਦੀ ਲੋੜ ਸੀ, ਨਾ ਸਾਨੂੰ ਲੋੜ ਹੈ। ਇੰਨੇ ਵੱਡੇ ਇਕੱਠ ਵਾਸਤੇ ਵੀ ਜੋ ਪ੍ਰਬੰਧ ਕਰਨੇ ਪਏ, ਲੰਗਰ ਦਾ ਪ੍ਰਬੰਧ ਕਰਨਾ ਪਿਆ, ਸਾਰਾ ਕੁਝ ਉਸ ਸਰਦਾਰ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਆਪਣੇ ਘਰੋਂ, ਆਪਣੇ ਪੱਲਿਓਂ ਕੀਤਾ। ਉਹਨੇ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਇਹੋ ਜਿਹੇ ਦੁੱਖ ਦੇ ਮੌਕੇ ਵੀ ਆਪਣੇ ਅੰਦਰ ਦਾ ਦੁੱਖ ਰੋਕ ਕੇ ਲੋਕਾਂ ਨੂੰ ਜੇ ਕੋਈ ਸਾਂਝਾ ਸਮਾਜੀ ਸੁਨੇਹਾ ਦੇਣਾ ਹੋਵੇ ਤੇ ਕਿੱਦਾਂ ਦੇਈਦਾ। ਉਹਨੇ ਦੁੱਖ ਦੇ ਮੌਕੇ ਵੀ ਲੋਕਾਂ ਨੂੰ ਕੁਝ ਇਹੋ ਜਿਹੀ ਗੱਲ ਦੱਸੀ ਹੈ ਜਿਹੜੀ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ। ਅਸੀਂ ਸਮਝਦੇ ਹਾਂ ਕਿ ਸਾਰਿਆਂ ਨੂੰ ਉਹਨਾਂ ਦੋਵਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਜੋ ਗੱਲਾਂ ਉਹਨਾਂ ਨੇ ਅੱਜ ਕੀਤੀਆਂ ਇਹੋ ਜਿਹੇ ਭਾਵਕ ਮੌਕੇ ਤੇ, ਇਹੋ ਜਿਹੇ ਜਜ਼ਬਾਤੀ ਮੌਕੇ ਤੇ ਵੀ, ਰਾਜਨੀਤੀ ਸਟੇਜ ਤੇ ਅੱਜ ਬਿਲਕੁਲ ਨਹੀਂ ਆਈ। ਜਿਹੜੀਆਂ ਗੱਲਾਂ ਇਹਨਾਂ ਦੋਵਾਂ ਨੇ ਕੀਤੀਆਂ ਇਹ ਸੁੱਟਣ ਵਾਲੀਆਂ ਨਹੀਂ। ਇਹਨਾਂ ਨੂੰ ਇੱਕ ਇੱਕ ਗੱਲ ਨੂੰ ਮੰਨਣਾ ਚਾਹੀਦਾ ਜੀ। ਪੰਜ ਸਾਹਿਬ, ਫਿਰ ਪੰਜਾਬ ਦੀ ਸਿਆਸਤ ਵੱਲ ਮੋੜਾ ਕੱਟਦੇ ਹਾਂ। ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਪਹਿਲਾਂ ਵੀ ਕਹੀ ਸੀ, ਹੁਣ ਵੀ ਪ੍ਰੈਸ ਕਾਨਫਰੰਸ ਕੀਤੀ ਆ। ਉਧਰ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਨੇ ਇੱਕ ਮੰਗ ਪੱਤਰ ਲਿਖਿਆ ਹੈ। ਮੰਗ ਪੱਤਰ ਲਿਖਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਦੂਜੇ ਪਾਸੇ ਕਿਹਾ ਗਿਆ ਕਿ ਜਿਹੜੇ ਹਰਪ੍ਰੀਤ ਸਿੱਧੂ ਹੈ ਉਹਨਾਂ ਨੂੰ ਹਟਾਇਆ ਜਾਵੇ। ਇਹ ਕੀ ਕਾਰਨ ਲੱਗਦਾ ਇਹਦੇ ਪਿੱਛੇ? ਦੇਖੋ, ਇਸ ਗੱਲ ਦੇ ਵਿੱਚ ਉਹ ਅੱਧੇ ਸੱਚੇ ਆ ਤੇ ਅੱਧੇ ਨਹੀਂ। ਅੱਧੇ ਸੱਚੇ ਇਸ ਕਰਕੇ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋ ਸਕਦਾ। ਸਾਡੀਆਂ ਜੇਲ੍ਹਾਂ ਜਿੱਦਾਂ ਦੀਆਂ, ਉੱਥੇ ਬਹੁਤ ਸਾਰੇ ਲੋਕਾਂ ਤੋਂ ਜਾਨ ਦਾ ਖਤਰਾ ਹੋ ਸਕਦਾ। ਅੰਦਰ ਗੁੰਡੇ ਬਦਮਾਸ਼ ਬਹੁਤ ਨੇ। ਇਹ ਸਿਆਸੀ ਲੀਡਰ ਰਹਿ ਚੁੱਕਾ, ਮੰਤਰੀ ਰਹਿ ਚੁੱਕਾ, ਮੰਤਰੀ ਵੀ ਧੜੱਲੇਦਾਰ, ਇਹਦਾ ਬਹੁਤ ਸਾਰੇ ਲੋਕਾਂ ਨਾਲ ਵਿਰੋਧ ਸੀ। ਇਹਨੂੰ ਖਤਰਾ ਹੋ ਸਕਦਾ। ਜੇ ਇਹਦੀ ਜਾਨ ਨੂੰ ਖਤਰਾ ਹੋਵੇ, ਵੱਖਰੀ ਬੈਰਕ ਵਿੱਚ ਰੱਖੋ, ਵੱਖਰੇ ਪ੍ਰਬੰਧ ਕਰੋ, ਜੋ ਵੀ ਹੈ, ਕਿਉਂਕਿ ਅਜੇ ਕੈਦੀ ਨਹੀਂ ਹਵਾਲਾਤੀ ਹੈ, ਮੁਕੱਦਮਾ ਚੱਲਦਾ। ਇਹਦੇ ਵਾਸਤੇ ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਆ। ਪਰ ਜਿਹੜੀ ਦੂਸਰੀ ਗੱਲ ਬੇਲੋੜਾ ਹਰਪ੍ਰੀਤ ਸਿੰਘ ਸਿੱਧੂ ਦੇ ਉੱਤੇ ਤੋੜਾ ਝਾੜਦੇ ਆ, ਉਹਦਾ ਕੋਈ ਮਤਲਬ ਨਹੀਂ। ਇੰਨੀ ਗੱਲ ਠੀਕ ਹੈ ਕਿ ਹਰਪ੍ਰੀਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਰਿਸ਼ਤੇਦਾਰ ਆ ਤੇ ਦੋਵਾਂ ਦੀ ਰਿਸ਼ਤੇਦਾਰੀ ਦੇ ਬਾਵਜੂਦ ਵਿਰੋਧ ਹੈ।
ਜਿਹੜੀ ਹਰਪ੍ਰੀਤ ਸਿੰਘ ਸਿੱਧੂ ਦੀ ਸਖੀ ਮਾਸੀ ਸੀ, ਉਹ ਬਿਕਰਮ ਸਿੰਘ ਮਜੀਠੀਆ ਦੀ ਚਾਚੀ ਸੀ। ਇੱਥੇ ਮਰ ਗਈ ਜਾਂ ਮਾਰ ਦਿੱਤੀ, ਰੌਲਾ ਆਪੋ ਆਪਣੇ ਥਾਂ ਤੇ ਵੱਖੋ ਵੱਖ ਪੈਂਦਾ ਰਿਹਾ। ਉਹਦੇ 'ਚ ਜਿਹੜਾ ਸਿੱਧੂ ਪਰਿਵਾਰ ਉਹ ਮਜੀਠੀਆ ਪਰਿਵਾਰ ਨੂੰ ਦੋਸ਼ੀ ਮੰਨਦਾ। ਮਜੀਠੀਆ ਪਰਿਵਾਰ ਵਾਲੇ ਕਹਿੰਦੇ ਜੀ ਸਾਡੇ ਦਾਦਾ ਜੀ ਉੱਥੇ ਗੱਲ ਕਰਨ ਗਏ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ, ਉਹ ਆਪਣੀ ਥਾਂ ਹੋਣਗੇ। ਇਹ ਸਾਰੀ ਕੰਟਰੋਵਰਸੀ ਪਾਸੇ ਛੱਡ ਦਿਓ। ਅਕਾਲੀ ਲੀਡਰਾਂ ਨੇ ਕੱਲ੍ਹ ਗੱਲ ਇਹ ਆਖੀ ਆ ਕਿ ਹਰਪ੍ਰੀਤ ਸਿੰਘ ਸਿੱਧੂ ਨੇ ਸਾਡੇ ਵਿਰੋਧੀ ਨੂੰ ਅਮਰਪਾਲ ਸਿੰਘ ਬੋਨੀ ਨੂੰ ਕਹਿ ਕੇ ਤੇ ਚਿੱਠੀ ਲਿਖਾਈ ਆ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਬਣਾਇਆ। ਇਹ ਗੱਲ ਗਲਤ ਹੈ। ਜਦੋਂ ਅਮਰਪਾਲ ਸਿੰਘ ਬੋਨੀ ਨੇ ਆਹ ਚਿੱਠੀ ਲਿਖੀ ਉਦੋਂ ਤੇ ਹਰਪ੍ਰੀਤ ਸਿੰਘ ਸਿੱਧੂ ਇੱਥੇ ਹੋਊ, ਪਰ ਜਦੋਂ ਅਮਰਪਾਲ ਸਿੰਘ ਬੋਨੀ ਚੀਫ ਪਾਰਲੀਮੈਂਟਰੀ ਸੈਕਟਰੀ ਸੀ, ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਜੀ, ਇੱਕ ਚਿੱਠੀ ਉਹਨੇ ਚੀਫ ਪਾਰਲੀਮੈਂਟਰੀ ਸੈਕਟਰੀ ਦੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੂੰ ਲਿਖੀ ਸੀ ਕਿ ਐਦਾਂ ਫਲਾਣੇ ਥਾਂ ਤੋਂ ਕੈਨੇਡਾ ਤੋਂ ਤਸਕਰ ਆਉਂਦੇ ਆ, ਸਮਗਲਰ ਆਉਂਦੇ ਆ, ਉਹ ਮਜੀਠੀਆ ਸਾਹਿਬ ਦੀ ਕੋਠੀ ਰਹਿੰਦੇ ਆ। ਫਿਰ ਉਹਨੇ ਕਈਆਂ ਹੋਰਨਾਂ ਦੇ ਵੀ ਨਾਂ ਲਿਆ ਕਿ ਫਲਾਣੇ ਦੀ ਕੋਠੀ ਆਉਂਦੇ ਆ। ਉਹਨੇ ਇਹ ਵੀ ਲਿਖਿਆ ਕਿ ਕੈਨੇਡਾ ਜਾਣ ਵਾਸਤੇ ਵੀਜ਼ੇ ਇਹਨਾਂ ਨੇ ਆਪਣੇ ਵੀ ਲਵਾਏ ਸੀ, ਮੇਰਾ ਵੀ ਲਵਾਇਆ ਸੀ, ਪਰ ਮੈਂ ਇਹ 'ਚ ਫਸਣਾ ਨਹੀਂ ਚਾਹੁੰਦਾ, ਮੈਂ ਗਿਆ ਨਹੀਂ, ਇਹ ਸਾਰੇ ਉੱਥੇ ਗਏ ਆ। ਉਹਨੇ ਇਹ ਵੀ ਦੱਸਿਆ ਕਿ ਮਜੀਠੀਆ ਦੇ ਵਿਆਹ 'ਚ ਵੀ ਹੋਇਆ ਸੀ। ਜਦੋਂ ਉਹ ਚਿੱਠੀ ਲਿਖੀ ਗਈ ਹੈ ਉਦੋਂ ਤੇ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸੀ। ਉਹਨੇ ਅਕਾਲੀ MLA ਹੁੰਦਿਆਂ, ਅਕਾਲੀ ਸਰਕਾਰ 'ਚ ਚੀਫ ਪਾਰਲੀਮੈਂਟਰੀ ਸੈਕਟਰੀ ਹੁੰਦਿਆਂ ਉਹ ਚਿੱਠੀ ਆਪਣੇ ਮੁੱਖ ਮੰਤਰੀ ਨੂੰ ਲਿਖੀ ਸੀ। ਜਾਂ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਸੀ ਉਹ ਚਿੱਠੀ ਤੇ ਕਾਰਵਾਈ ਕਰਦਾ, ਜਾਂ ਇਸ ਚੀਫ ਪਾਰਲੀਮੈਂਟਰੀ ਸੈਕਟਰੀ ਨੂੰ ਬਾਹਰ ਕੱਢ ਦਿੰਦਾ। ਇਹਨਾਂ ਦੋਵਾਂ 'ਚੋਂ ਕੋਈ ਵੀ ਨਹੀਂ ਕੀਤਾ ਮੁੱਖ ਮੰਤਰੀ ਨੇ। ਉਹ ਚਿੱਠੀ ਉਦੋਂ ਦੀ ਜਿਹੜੀ ਉਹਨੂੰ ਹਰਪ੍ਰੀਤ ਸਿੰਘ ਸਿੱਧੂ ਨਾਲ ਕਿੱਦਾਂ ਜੋੜ ਦੂ ਕੋਈ। ਹਰਪ੍ਰੀਤ ਸਿੰਘ ਸਿੱਧੂ ਦਾ ਮਾਮਲਾ ਵੱਖਰਾ, ਉਹਨੂੰ ਵੱਖਰਾ ਰਹਿਣ ਦਿਓ। ਵੱਧ ਤੋਂ ਵੱਧ ਇਹ ਕਹਿ ਸਕਦੇ ਆ ਕਿ ਮਜੀਠੀਏ ਦੀ ਸੁਰੱਖਿਆ ਦੇ ਸਵਾਲ ਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਇਹਦੇ ਤੋਂ ਪਾਸੇ ਰੱਖਿਆ ਜਾਵੇ, ਕੋਈ ਇੱਦਾਂ ਦੀ ਗੱਲ ਕਰਨ। ਪਰ ਇਹ ਆਖਣਾ ਕਿ ਅਮਰਪਾਲ ਸਿੰਘ ਬੋਨੀ ਵਾਲੀ ਚਿੱਠੀ ਵੀ ਹਰਪ੍ਰੀਤ ਸਿੰਘ ਸਿੱਧੂ ਨੇ ਲਿਖਾਈ ਹੈ, ਮਜੀਠੀਏ ਦੀ ਜਾਨ ਨੂੰ ਖਤਰਾ ਹੋ ਸਕਦਾ, ਉਹਦੀਆਂ ਕਈ ਕਿਸਮ ਦੀਆਂ ਦੁਸ਼ਮਣੀਆਂ ਨੇ, ਕਈ ਕਿਸਮ ਦੇ ਵਿਰੋਧ ਹੈ, ਉਹਦੀ ਰਾਖੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਕਿ ਹਰ ਗੱਲ ਨੂੰ ਇਹਨਾਂ ਦੋਹਾਂ ਦੀ ਆਪਸੀ ਰਿਸ਼ਤੇਦਾਰੀ ਨਾਲ। ਫਿਰ ਉਹ ਤਾਂ ਅਕਾਲੀ ਭਾਜਪਾ ਸਰਕਾਰ ਦੇ ਹੁੰਦਿਆਂ ਇੱਥੇ ਪੰਜਾਬ 'ਚ SSP ਵੀ ਲੱਗਾ ਰਿਹਾ ਸੀ ਜੀ, ਉਦੋਂ ਫਿਰ ਤੁਸੀਂ ਇਹਨੂੰ ਕੱਢ ਕੇ ਉਹਨਾਂ ਦਿੱਤਾ ਵੀ ਇਹ ਸਾਡਾ ਰਿਸ਼ਤੇਦਾਰ ਹੈ ਤੇ ਸਾਡੀ ਦੁਸ਼ਮਣੀ ਹੈ ਤੇ ਇਹਨੂੰ ਕੱਢ ਦਿਓ ਬਾਹਰ। ਦੁਸ਼ਮਣੀ ਤੇ ਉਹ ਤੋਂ ਬਹੁਤ ਪਹਿਲਾਂ ਦੀ ਹੈ, ਉਹਨਾਂ ਦੇ ਬਚਪਨ ਦੀ ਦੁਸ਼ਮਣੀ ਹੈ, ਉਸ ਵਕਤ ਦੀ ਦੁਸ਼ਮਣੀ ਸੀ ਤੇ ਉਹਨੂੰ ਫਿਰ ਪੰਜਾਬ 'ਚ ਉਹਦੇ ਕੋਲ ਰੱਖਿਆ ਸੀ। ਉਦੋਂ ਉਹਦੇ ਖਿਲਾਫ ਕਿਸੇ ਕਿਸਮ ਦਾ ਕੋਈ ਮਾੜਾ ਰਿਮਾਰਕਸ ਨਹੀਂ ਸੀ। ਅੱਜ ਹੁਣ ਇਸ ਕੇਸ ਦੇ ਵਿੱਚ ਮੁੜ ਕੇ ਹਰਪ੍ਰੀਤ ਸਿੰਘ ਸਿੱਧੂ ਨੂੰ ਬਿਲਕੁਲ ਟਾਰਗੇਟ ਕੀਤਾ ਜਾਵੇ। ਸ਼ਾਇਦ ਲੋਕਾਂ ਨੂੰ ਪਸੰਦ ਨਾ ਆਵੇ, ਹੱਦ 'ਚ ਰਹਿ ਕੇ ਬਿਕਰਮ ਸਿੰਘ ਮਜੀਠੀਏ ਦੀ ਜਿਹੜੀ ਸੁਰੱਖਿਆ ਦੀ ਗੱਲ ਉਹ ਪੂਰੀ ਕਰਨੀ ਚਾਹੀਦੀ ਹੈ ਤੇ ਦੂਸਰਾ ਜਿਹੜਾ ਉਹਦਾ ਕੇਸ ਹੈ ਉਹ ਜਾ ਕੇ ਅਦਾਲਤ ਵਿੱਚ ਲੜਨਾ ਚਾਹੀਦਾ। ਆ ਪਬਲਿਕ ਦੇ ਵਿੱਚ ਕੀਤੀ ਬਿਆਨਬਾਜ਼ੀ ਨਾਲ ਉਸ ਕੇਸ ਦੇ ਉੱਤੇ ਕਿਸੇ ਕਿਸਮ ਦਾ ਕੋਈ ਫਰਕ ਪਊਗਾ, ਇਹ ਘੱਟੋ ਘੱਟ ਮੈਨੂੰ ਤਾਂ ਨਹੀਂ ਜਾਪਦਾ ਜੀ। ਪਰ ਪੰਜ ਸਾਹਿਬ ਉੱਧਰ ਦਿੱਲੀ ਵਾਲੇ ਪਾਸੇ ਸਿਹਤ ਮੰਤਰੀ ਨੂੰ ਗ੍ਰਿਫਤਾਰ ਕੀਤਾ ਸਤਿੰਦਰ ਜੈਨ ਹੋਰਾਂ ਨੂੰ, ਉਹਨਾਂ ਦੇ ਕਿੰਨਾ ਕੁ ਕੇਸ ਵਿੱਚ ਫਰਕ ਪੈ ਸਕਦਾ ਕਿਉਂਕਿ ਕਰੀਬੀਆਂ ਦੇ ਕੋਲੋਂ 2 ਕਰੋੜ 95 ਲੱਖ ਰੁਪਏ ਜ਼ਬਤ ਕੀਤਾ ਹੈ ਤੇ ਨਾਲ ਸੋਨੇ ਦੇ ਸਿੱਕੇ ਵੀ ਆ। ਇਹ ਕਿਵੇਂ ਲੱਗਦਾ ਹੈ ਕਿ ਕਿਵੇਂ ਦੇਖਦੇ ਆ ਇਸ ਸਾਰੇ ਘਟਨਾਕ੍ਰਮ ਨੂੰ? ਮੈਂ ਸਤਿੰਦਰ ਜੈਨ ਦਾ ਕੇਸ ਪੜ੍ਹਿਆ ਤੇ ਮੈਨੂੰ ਉਹਦੇ ਵਿੱਚ ਪੜ੍ਹ ਕੇ ਇਸ ਗੱਲ ਦੀ ਤਸੱਲੀ ਨਹੀਂ ਹੋਈ ਕਿ ਸਤਿੰਦਰ ਜੈਨ ਸਾਫ ਸੁਥਰਾ ਆਦਮੀ ਆ। ਇਹ ਹੋ ਸਕਦਾ ਕਿ ਸਰਕਾਰ ਬਣਨ ਤੋਂ ਬਾਅਦ ਸਾਫ ਸੁਥਰਾ ਹੋ ਗਿਆ ਹੋਵੇ, ਪਰ ਜਿਹੜੀਆਂ ਪਿਛਲੀਆਂ ਆਮ ਆਦਮੀ ਪਾਰਟੀ 'ਚ ਆਉਣ ਤੇ ਮੰਤਰੀ ਬਣਨ ਤੋਂ ਪਹਿਲਾਂ ਦੀਆਂ ਕਹਾਣੀਆਂ ਨੇ, ਇਹਦਾ ਪਰਿਵਾਰ ਜਿਹੜੀਆਂ ਕੰਪਨੀਆਂ 'ਚ ਸ਼ਾਮਲ ਸੀ, ਇਹ ਕਹਿੰਦੇ ਜੀ ਫਲਾਣੇ ਸਾਲ 'ਚ ਕੰਪਨੀਆਂ ਛੱਡ ਗਿਆ ਸੀ ਕਿਉਂਕਿ ਸਰਕਾਰ 'ਚ ਆ ਗਿਆ ਸੀ। ਕੰਪਨੀਆਂ 'ਚੋਂ ਇਹ ਨਿਕਲ ਗਿਆ, ਇਹਦੇ ਪਰਿਵਾਰ ਦੇ ਲੋਕ ਤਾਂ ਨਹੀਂ ਨਿਕਲੇ। ਪਰਿਵਾਰ ਦੇ ਲੋਕ ਉਹਨਾਂ ਨਾਲ ਕੰਪਨੀਆਂ ਨਾਲ ਸੰਬੰਧਿਤ ਰਹੇ। ਜੋ ਪੈਸੇ ਦਾ ਕੋਈ ਲੈਣ ਦੇਣ ਹੋਇਆ ਇਹ ਉਸ ਪਰਿਵਾਰ ਵਿੱਚ ਸੀ, ਜਿਹੜੇ ਪਰਿਵਾਰ ਦੇ ਰਾਹੀਂ ਹੋਇਆ। ਮੁਆਫ ਕਰਨਾ, ਅੱਗੇ ਦੂਸਰਿਆਂ ਤੇ ਦੋਸ਼ ਇਹੋ ਹੀ ਲੱਗਦੇ ਰਿਹਾ ਕਿ ਪੀ ਚਿਦੰਬਰਮ ਕੇਂਦਰ ਸਰਕਾਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਨਾਲ ਖਜ਼ਾਨਾ ਮੰਤਰੀ ਹੁੰਦਾ ਸੀ। ਉਹਦੀ ਪਤਨੀ ਨਲਿਨੀ ਚਿਦੰਬਰਮ ਜਿਹੜੀ ਸੀ ਉਹ ਇਨਕਮ ਟੈਕਸ ਦੀ ਵਕੀਲ ਸੀ। ਦੇਸ਼ ਦੇ ਜਿੰਨੇ ਵੱਡੇ ਪੂੰਜੀਪਤੀ ਆ ਉਹਨਾਂ ਜਿਨ੍ਹਾਂ 'ਚੋਂ ਜਿਹੜੇ ਨੂੰ ਵੀ ਕਿਸੇ ਨੂੰ ਆਉਂਦਾ ਸੀ ਇਨਕਮ ਟੈਕਸ ਦਾ ਨੋਟਿਸ, ਉਹ ਆ ਕੇ ਖਜ਼ਾਨਾ ਮੰਤਰੀ ਦੀ ਪਤਨੀ ਨੂੰ ਆਪਣੀ ਵਕੀਲ ਬਣਾ ਲੈਂਦਾ ਸੀ। ਜਦੋਂ ਖਜ਼ਾਨਾ ਮੰਤਰੀ ਦੇ ਥੱਲੇ ਨੌਕਰੀ ਕਰਨੀ ਹੈ ਤੇ ਖਜ਼ਾਨਾ ਮੰਤਰੀ ਦੀ ਪਤਨੀ ਸਾਹਮਣੇ ਬੈਠੀ ਹੈ ਤੇ ਕੇਸ ਤੇ ਅੱਧਾ ਉਦੋਂ ਹੀ ਸੈੱਟ ਹੋ ਜਾਂਦਾ ਸੀ। ਹੁਣ ਇਹ ਕਈ ਹੋਰ ਲੋਕ ਵੀ ਇਦਾਂ ਕਰਦੇ ਆ। ਸਤਿੰਦਰ ਜੈਨ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਫਾਈਆਂ ਦਿੱਤੀਆਂ, ਉਹਨੂੰ ਦੇਸ਼ ਭਗਤ ਆਖਿਆ। ਦੇਸ਼ ਭਗਤੀ ਹੋਰ ਚੀਜ਼ ਹੁੰਦੀ ਆ, ਕਰਪਸ਼ਨ ਦਾ ਮਾਮਲਾ ਹੋਰ ਹੁੰਦਾ। ਇਹਦੇ ਵਿੱਚ ਜੋ ਕੁਝ ਦੱਸ ਰਿਹਾ ਉਹਦੇ ਨਾਲ ਲੋਕਾਂ ਦੀ ਤਸੱਲੀ ਨਹੀਂ ਹੋ ਰਹੀ। ਹਾਂ, ਇਹ ਗੱਲ ਪੱਕੀ ਆ ਕਿ ਭਾਜਪਾ ਦੀ ਅਗਵਾਈ ਹੇਠ ਐਨਫੋਰਸਮੈਂਟ ਡਾਇਰੈਕਟੋਰੇਟ ਆਮ ਤੌਰ ਤੇ ਕਾਰਵਾਈ ਉਹਨਾਂ ਦੇ ਖਿਲਾਫ ਕਰਦਾ
ਜਿਹੜੇ ਕੇਂਦਰ ਸਰਕਾਰ ਨਾਲ ਮਿਲ ਕੇ ਨਹੀਂ ਚੱਲਦੇ। ਜਿਹੜੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਹੋਣ ਉਹਨਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਹੁੰਦੀ। ਕਿਸੇ ਦੇ ਖਿਲਾਫ ਕਾਰਵਾਈ ਸ਼ੁਰੂ ਵੀ ਹੋਵੇ ਤੇ ਜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਵੇ ਤੇ ਰਾਤੋਂ ਰਾਤ ਹੀ ਉਹ ਗੰਗਾ ਨਹਾ ਕੇ ਸਾਫ਼ ਹੋ ਜਾਂਦਾ, ਮੁੜ ਕੇ ਕੋਈ ਗੱਲ ਹੀ ਨਹੀਂ, ਦੁੱਧ ਧੋਤਾ ਹੋ ਜਾਂਦਾ। ਪਤਾ ਹੀ ਨਹੀਂ ਇਹਨਾਂ ਕੋਲ ਇਹੋ ਜਿਹਾ ਡਿਟਰਜੈਂਟ ਹੈਗਾ। ਹੁਣ ਜੇ ਸਤਿੰਦਰ ਜੈਨ ਅੱਜ ਐਲਾਨ ਕਰੇ ਕਿ ਮੈਂ ਸਰਕਾਰ ਤੋਂ ਅਸਤੀਫਾ ਦਿੱਤਾ ਤੇ ਮੈਂ ਆਮ ਆਦਮੀ ਪਾਰਟੀ ਛੱਡੀ ਤੇ ਮੈਂ ਭਾਜਪਾ 'ਚ ਸ਼ਾਮਲ ਹੋ ਗਿਆ, ਲੈ ਭਲਕ ਨੂੰ ਹੀ ਉਹ ਬੜਾ ਸਤਿਕਾਰਤ ਆਨਰੇਬਲ ਮਾਣਯੋਗ ਲੀਡਰ ਭਾਰਤ ਦਾ ਬਣ ਜਾਏਗਾ। ਤੇ ਜੇ 1 ਮਹੀਨੇ ਬਾਅਦ ਛੱਡ ਕੇ ਵਾਪਸ ਆਮ ਆਦਮੀ ਪਾਰਟੀ ਵੱਲ ਚੱਲ ਜਾਵੇ ਤੇ ਫਿਰ ਕਹਿਣਗੇ ਬੜਾ ਫਰਾਡੀਆ ਸੀ, ਬੜਾ ਧੋਖੇਬਾਜ਼ ਸੀ, ਇਹ ਗਿਆ ਨਹੀਂ, ਇਹਨੂੰ ਤੇ ਅਸੀਂ ਆਪ ਹੀ ਕੱਢ ਦਿੱਤਾ। ਜੇ ਕੱਢ ਦਿੱਤਾ ਤੇ ਪਹਿਲਾਂ ਲਿਆ ਹੀ ਕਾਹਨੂੰ ਸੀ। ਇਹ ਜਿਹੜੀ ਸਿਆਸਤ ਵਿੱਚ ਇਸ ਕਿਸਮ ਦੀ ਤਿਕੜਮਬਾਜ਼ੀ ਹੈ, ਸਾਡੀਆਂ ਜਿਹੜੀਆਂ ਜਾਂਚ ਏਜੰਸੀਆਂ ਉਹਨਾਂ ਨੂੰ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ। ਬਦਕਿਸਮਤੀ ਨਾਲ ਜਾਂਚ ਏਜੰਸੀਆਂ ਇਸ ਵੇਲੇ ਜਾਂਚ ਏਜੰਸੀਆਂ ਨਹੀਂ ਰਹਿ ਗਈਆਂ। ਸੁਪਰੀਮ ਕੋਰਟ ਨੇ ਠੀਕ ਆਖਿਆ ਸੀ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਕਿ ਸਭ ਤੋਂ ਵੱਡੀ ਜਾਂਚ ਏਜੰਸੀ CBI ਸਿਆਸੀ ਲੀਡਰਾਂ ਦੇ ਪਿੰਜਰੇ ਦਾ ਤੋਤਾ ਬਣੀ ਹੈ। ਜਿਹੜੀ ਉਦੋਂ ਤੋਤਾ ਬਣੀ ਸੀ, ਹੁਣ ਕਿਹੜੀ ਪਿੰਜਰਾ ਤੋੜ ਕੇ ਬਾਹਰ ਨਿਕਲ ਗਈ ਹੈ। ਉਦੋਂ ਵੀ ਅੱਧੀ ਰਾਤ ਨੂੰ ਆ ਕੇ ਵੱਡੇ ਵੱਡੇ ਜਿਹੜੇ ਚੋਰ ਸਨ ਉਹਨੂੰ ਮਿਲਦੇ ਹੁੰਦੇ ਸੀ। CBI ਦੇ 3 ਸਾਬਕਾ ਡਾਇਰੈਕਟਰਾਂ ਤੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਚੱਲਦੇ ਪਏ ਆ। ਹੁਣ ਵਾਲੇ ਕਿਹੜੇ ਸਾਰੇ ਦੁੱਧ ਧੋਤੇ ਹੋਣਗੇ, ਪਤਾ ਨਹੀਂ ਕੌਣ ਕੀ ਕਰਦਾ। ਪਰ ਸਤਿੰਦਰ ਜੈਨ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਹੁਣ ਤਾਂ ਪੰਨੂ ਸਾਹਿਬ ਬਹੁਤ ਸਾਰੇ ਲੀਡਰ ਹੈਗੇ ਜਿਹੜੀਆਂ ਯੋਗਤਾਵਾਂ ਪੂਰੀਆਂ ਕਰਦੇ ਇੱਕ ਬਹੁਤ ਵੱਡੀ ਰਾਜਨੀਤਿਕ ਪਾਰਟੀ ਵੱਲ ਜਾਣ ਲਈ। ਚਲੋ ਦੇਖਦੇ ਹਾਂ ਕੀ ਬਣਦਾ ਅੱਗੇ। ਪਰ ਤੁਸੀਂ ਸਾਰੀਆਂ ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।